सलोक महला पहला। मुसलमाना सिफत सरीयत पढ़ पढ़ करह विचार। बंदे से जे पवै विच बंदी वेखन कौ दीदार। हिंदू सालाही सालाहन दर्शन रूप अपार। तीर्थ नावै अर्चा पूजा अगरवास बहकार। जोगी सुन ध्यावन जेते अलख नाम करतार। सूखम मूरत नाम निरंजन काया का आकार। सतिया मन संतोख उपजै देने के विचार। दे दे मंगै सहसा गुणा सोभ करे संसार। चोरा जारा तै कुड़ियारा खारा बावेकार। एक होंदा खाए चलै ऐथाहू तिना पिकाई कार। जल थल जिया पूरिया लोआ आकारा आकार। ओए जे आखै सो तू है जानै तिना पी तेरी सार। नानक भगता पुख सलाहन सच नाम आधार। सदा आनंद रहै दिन राती गुणवंतियां पाशार। नानक भगता पुख सलाहन सच नाम आधार। सदा आनंद रहै दिन राती गुणवंतियां पाशार। वाहिगुरु जी का खालसा वाहिगुरु जी की फतेह। ਅੱਜ ਆਪਾਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਵਿੱਤਰ ਬਾਣੀ ਆਸਾ ਕੀ ਵਾਰ ਦੀ 6ਵੀਂ ਪੌੜੀ ਦਾ ਪਹਿਲਾ ਸ਼ਲੋਕ ਵਿਚਾਰਾਂਗੇ, ਜਿਸ ਵਿੱਚ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਨੂੰ ਸਭ ਤੋਂ ਪਹਿਲਾਂ ਹਰ ਇੱਕ ਮਤ ਦੇ ਬਾਰੇ ਵਿਚਾਰ ਦਿੰਦੇ ਨੇ, ਜਿਹੜੀ ਵਿਚਾਰ ਉਹ ਰੱਖਦੇ ਹਨ। ਮੁਸਲਮਾਨ ਧਰਮ ਦੇ ਵਿੱਚ ਕੀ ਵਿਚਾਰ ਹੈ, ਹਿੰਦੂ ਧਰਮ ਦੇ ਵਿੱਚ ਕੀ ਵਿਚਾਰ ਹੈ, ਜੋਗੀ ਮਤ ਦੇ ਵਿੱਚ ਕੀ ਵਿਚਾਰ ਹੈ, ਜੋ ਪੁੰਨ ਦਾਨ ਕਰਦੇ ਹਨ ਉਹਨਾਂ ਦੀ ਕੀ ਵਿਚਾਰ ਹੈ। ਪਾਤਸ਼ਾਹ ਜੀ ਨੇ ਇੱਥੋਂ ਤੱਕ ਜੋ ਕੂੜ ਕਰਦੇ ਨੇ, ਕੂੜ ਦੀ ਕਮਾਈ ਕਰਦੇ ਹਨ, ਜਿਹੜੀ ਠੱਗੀ ਕਰਦੇ ਹਨ, ਉਹਨਾਂ ਦੀ ਵੀ ਵਿਚਾਰ ਦੱਸੀ। ਅਤੇ ਅਖੀਰ ਦੇ ਵਿੱਚ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਨੂੰ ਆਪਣੀ ਵਿਚਾਰ ਜੋ ਸਾਂਝਾ ਧਰਮ ਹੈ, ਸਾਂਝੀ ਵਿਚਾਰ ਹੈ, ਉਸ ਬਾਰੇ ਪਾਤਸ਼ਾਹ ਜੀ ਸਾਨੂੰ ਦੱਸਣਾ ਕਰਦੇ ਹਨ। ਗੁਰੂ ਸਾਹਿਬ ਜੀ ਪਹਿਲਾਂ ਬਚਨ ਕਰਦੇ ਨੇ, ਕਹਿਣ ਲੱਗੇ ਮੁਸਲਮਾਨਾ ਸਿਫਤ ਸਰੀਅਤ ਪੜ੍ਹ ਪੜ੍ਹ ਕਰਹਿ ਵਿਚਾਰ। ਬੰਦੇ ਸੇ ਜੇ ਪਵੈ ਵਿੱਚ ਬੰਦੀ ਵੇਖਣ ਕੋ ਦੀਦਾਰ। ਗੁਰੂ ਸਾਹਿਬ ਜੀ ਬਚਨ ਕਰਦੇ ਨੇ, ਕਹਿੰਦੇ ਮੁਸਲਮਾਨਾਂ ਦੇ ਵਿੱਚ ਸ਼ਰੀਅਤ ਦੀ ਸਿਫਤ ਕੀਤੀ ਜਾਂਦੀ ਹੈ। ਭਾਵ ਇੱਕ ਸ਼ਰੀਅਤ ਦੀ ਜਿਹੜੀ ਪੁਸਤਕ ਹੈ ਉਸ ਨੂੰ ਪੜ੍ਹਿਆ ਜਾਂਦਾ ਹੈ, ਵਿਚਾਰਿਆ ਜਾਂਦਾ ਹੈ। ਉਹ ਇਸੇ ਨੂੰ ਆਪਣਾ ਧਰਮ ਕਹਿੰਦੇ ਨੇ। ਅਤੇ ਕਹਿੰਦੇ ਨੇ ਰੱਬ ਦੇ ਬੰਦੇ ਉਹੀ ਹਨ, ਜੋ ਦੂਸਰੀ ਪੰਕਤੀ ਹੈ ਨਾ, ਬੰਦੇ ਸੇ ਜੇ ਪਵੇ ਵਿੱਚ ਬੰਦੀ ਵੇਖਣ ਕੋ ਦੀਦਾਰ। ਕਹਿੰਦੇ ਰੱਬ ਦੇ ਉਹੀ ਬੰਦੇ ਹਨ ਜਿਹੜੇ ਸ਼ਰਅ ਦੀ ਰਹਿਤ ਵਿੱਚ ਰਹਿ ਕੇ, ਮਰਿਆਦਾ ਦੇ ਵਿੱਚ ਰਹਿ ਕੇ ਉਸ ਸਾਈਂ ਦੇ ਦੀਦਾਰ ਨੂੰ ਲੋਚਦੇ ਹਨ, ਉਸ ਸਾਈਂ ਦੇ ਦਰਸ਼ਨ ਕਰਦੇ ਹਨ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇਸ ਪੰਕਤੀ ਦਾ ਅਰਥ ਇੱਕ ਹੋਰ ਵੀ ਕੱਢਿਆ ਏ। ਕਹਿੰਦੇ ਬੰਦੇ ਸੇ ਜੇ ਪਵੈ ਵਿੱਚ ਬੰਦੀ ਵੇਖਣ ਕੋ ਦੀਦਾਰ। ਕਹਿੰਦੇ ਭਾਈ ਅਸਲ ਵਿੱਚ ਰੱਬ ਦੇ ਬੰਦੇ ਉਹ ਹਨ ਜੋ ਪਰਮੇਸ਼ਵਰ ਦੇ ਦੀਦਾਰ ਵਾਸਤੇ ਬੰਦਗੀ ਦੇ ਰਸਤੇ ਨੂੰ ਅਪਣਾਉਂਦੇ ਹਨ। ਭਾਵ ਜੋ ਪਰਮੇਸ਼ਵਰ ਦਾ ਦਰਸ਼ਨ ਲੋਚਦੇ ਹਨ ਅਤੇ ਉਸ ਦਰਸ਼ਨਾਂ ਵਾਸਤੇ ਉਹ ਬੰਦਗੀ ਕਰਦੇ ਨੇ, ਨਾਮ ਜਪਦੇ ਹਨ, ਉਸ ਨੂੰ ਪੁਕਾਰਦੇ ਹਨ। ਕਹਿੰਦੇ ਅਸਲ ਵਿੱਚ ਰੱਬ ਦੇ ਬੰਦੇ ਉਹੀ ਹਨ। ਹੁਣ ਅੱਗੇ ਬਚਨ ਕੀਤਾ ਹੈ, ਹਿੰਦੂ ਸਲਾਹੀ ਸਲਾਹਨ ਦਰਸ਼ਨ ਰੂਪ ਅਪਾਰ। ਕਹਿੰਦੇ ਭਾਈ ਜਿਹੜੇ ਹਿੰਦੂ ਲੋਕ ਨੇ, ਹਿੰਦੂਆਂ ਦੇ ਵਿੱਚ ਕੀ ਕੀਤਾ ਜਾਂਦਾ ਹੈ, ਕਹਿੰਦੇ ਉਸ ਪਰਮੇਸ਼ਵਰ ਜਿਹਨੂੰ ਇਹ ਅਪਾਰ ਕਹਿੰਦੇ ਨੇ ਕਿ ਉਹਦਾ ਰੂਪ ਅਪਾਰ ਹੈ, ਬੇਅੰਤ ਹੈ, ਜਿਹਦਾ ਅੰਤ ਨਹੀਂ ਕੋਈ ਪਾਇਆ ਜਾ ਸਕਦਾ, ਜਿਹਦਾ ਕੋਈ ਪਾਰ ਨਹੀਂ ਪਾਇਆ ਜਾ ਸਕਦਾ, ਉਸ ਨੂੰ ਸਲਾਹੁਣਾ ਕਰਦੇ ਨੇ, ਉਹਦੀ ਸਿਫਤ ਸਲਾਹ ਕਰਦੇ ਨੇ। ਤੇ ਅੱਗੇ ਬਚਨ ਹੈ, ਤੀਰਥ ਨਾਵੈ ਅਰਚਾ ਪੂਜਾ ਅਗਰਵਾਸ ਬਹਿਕਾਰ। ਕਹਿੰਦੇ ਉਹ ਨਿਰਾਕਾਰ ਪਰਮੇਸ਼ਵਰ ਹੈ, ਉਹ ਅਪਾਰ ਪਰਮੇਸ਼ਵਰ ਹੈ, ਪਰ ਇਹ ਕੀ ਕਰਦੇ ਨੇ, ਫਿਰ ਉਸ ਨਿਰਾਕਾਰ ਨੂੰ ਪਾਉਣ ਵਾਸਤੇ ਤੀਰਥਾਂ 'ਤੇ ਜਾ ਕੇ ਨਹਾਉਂਦੇ ਵੀ ਹਨ। ਅਰਚਾ ਪੂਜਾ
ਕਹਿਣ ਤੋਂ ਭਾਵ ਮੂਰਤੀਆਂ ਉਸ ਪਰਮੇਸ਼ਵਰ ਜਿਹਨੂੰ ਉਹ ਨਿਰਾਕਾਰ ਕਹਿੰਦੇ ਨੇ, ਉਸ ਨਿਰਾਕਾਰ ਪਰਮੇਸ਼ਵਰ ਦੀ ਮੂਰਤੀ ਬਣਾ ਕੇ ਉਹਦੀ ਪੂਜਾ ਵੀ ਕਰਦੇ ਹਨ। ਅਗਰਵਾਸ ਬਹਿਕਾਰ, ਤੇ ਉਹਦੇ ਅੱਗੇ ਅਗਰਬੱਤੀ ਵੀ ਦਿਖਾਉਂਦੇ ਹਨ, ਭਾਵ ਉਹਨੂੰ ਖੁਸ਼ਬੂਈ ਦੇਣ ਵਾਸਤੇ। ਕਹਿੰਦੇ ਇਹ ਇਸੇ ਨੂੰ ਹੀ ਧਰਮ ਮੰਨਦੇ ਹਨ। ਅੱਗੇ ਬਚਨ ਹੈ, ਜੋਗੀ ਸੁਨ ਧਿਆਵਨ ਚੇਤੇ, ਅਲਖ ਨਾਮ ਕਰਤਾਰ, ਸੂਖਮ ਮੂਰਤ ਨਾਮ ਨਿਰੰਜਨ, ਕਾਇਆ ਕਾ ਆਕਾਰ। ਗੁਰੂ ਸਾਹਿਬ ਜੀ ਇੱਥੇ ਬਚਨ ਕਰਦੇ ਨੇ, ਕਹਿੰਦੇ ਜਿਹੜੇ ਜੋਗੀ ਮੱਤ ਵਾਲੇ ਨੇ ਉਹ ਕੀ ਕਰਦੇ ਨੇ, ਸੁਨ ਧਿਆਵਨ, ਉਹ ਸਮਾਧੀ ਲਾ ਕੇ, ਸੁਨ ਤੋਂ ਭਾਵ ਸਮਾਧੀ ਲਾ ਕੇ ਉਸ ਕਰਤਾਰ ਨੂੰ ਧਿਆਉਂਦੇ ਹਨ। ਉਹਦਾ ਨਾਮ ਕੀ ਉਚਾਰਨ ਕਰਦੇ ਨੇ ਕਿ ਉਹ ਅਲਖ ਹੈ, ਅਲਖ, ਅਲਖ ਨਿਰੰਜਨ, ਉਹਦਾ ਨਾਮ ਅਲਖ ਨਿਰੰਜਨ ਕਹਿ ਕੇ ਉਹਨੂੰ ਉਚਾਰਦੇ ਹਨ, ਉਹਨੂੰ ਧਿਆਉਂਦੇ ਹਨ। ਤੇ ਨਾਲ ਦੀ ਨਾਲ ਉਹ ਇਹ ਵੀ ਗੱਲ ਕਹਿੰਦੇ ਨੇ ਕਿ ਜਿਸ ਵਿੱਚ ਉਹ ਲੀਨ ਹੋ ਰਹੇ ਨੇ, ਭਾਵ ਸਮਾਧੀ ਦੇ ਵਿੱਚ ਜਿਹਦਾ ਧਿਆਨ ਕਰ ਰਹੇ ਨੇ, ਉਹ ਇੱਕ ਸੂਖਮ ਰੂਪ ਵਾਲਾ ਹੈ, ਸੂਖਮ ਰੂਪ ਵਾਲਾ ਹੈ। ਕਿਉਂਕਿ ਅਗਲੀ ਪੰਕਤੀ ਦੇ ਵਿੱਚ ਗੁਰੂ ਸਾਹਿਬ ਜੀ ਸਾਨੂੰ ਦੱਸਣਾ ਕਰਦੇ ਨੇ, ਕਹਿਣ ਲੱਗੇ, ਸੂਖਮ ਮੂਰਤ ਨਾਮ ਨਿਰੰਜਨ, ਕਾਇਆ ਕਾ ਆਕਾਰ। ਉਹ ਕਹਿੰਦੇ ਨੇ ਕਿ ਜਿਹਦੇ ਵਿੱਚ ਅਸੀਂ ਧਿਆਨ ਲਾਉਂਦੇ ਹਾਂ ਉਹ ਇੱਕ ਸੂਖਮ ਹੈ। ਨਾਮ ਨਿਰੰਜਨ ਭਾਵ ਜਿਹਦਾ ਨਾਮ ਕੀ ਹੈ, ਨਿਰੰਜਨ ਹੈ। ਨਿਰੰਜਨ ਤੋਂ ਭਾਵ ਸਾਡੀਆਂ ਅੱਖਾਂ ਤੋਂ ਪਰੇ ਹੈ, ਅਸੀਂ ਉਹਨੂੰ ਦੇਖ ਨਹੀਂ ਸਕਦੇ, ਬੇਅੰਤ ਹੈ, ਅਪਾਰ ਹੈ। ਕਾਇਆ ਕਾ ਆਕਾਰ। ਪਰ ਨਾਲ ਦੀ ਨਾਲ ਇੱਥੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਹੋਰ ਅਰਥ ਵੀ ਕਰਦੇ ਨੇ, ਕਹਿੰਦੇ ਭਾਈ ਜਦੋਂ ਵੀ ਅਸੀਂ ਧਿਆਨ ਲਾਉਂਦੇ ਹਾਂ ਨਾ, ਮਨ ਦੇ ਵਿੱਚ ਕਿਸੇ ਦਾ ਵੀ ਧਿਆਨ ਲਾਉਂਦੇ ਹਾਂ, ਪਰਮੇਸ਼ਵਰ ਇੱਕ ਸੂਖਮ ਰੂਪ ਤੁਸੀਂ ਮੰਨਦੇ ਹੋ, ਪਰ ਜਦੋਂ ਤੁਸੀਂ ਧਿਆਨ ਲਾਓਗੇ ਤੁਹਾਨੂੰ ਉਸ ਚੀਜ਼ ਦਾ ਇੱਕ ਸੂਖਮ ਮਾਤਰ ਵੀ ਆਕਾਰ ਬਣਾਉਣਾ ਪਵੇਗਾ, ਉਸ ਨੂੰ ਕੋਈ ਰੂਪ ਦੇਣਾ ਪਵੇਗਾ, ਫਿਰ ਧਿਆਨ ਲੱਗਦਾ ਹੈ। ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਨੇ, ਸੂਖਮ ਮੂਰਤ ਨਾਮ ਨਿਰੰਜਨ, ਕਾਇਆ ਕਾ ਆਕਾਰ। ਕਹਿੰਦੇ ਜਦੋਂ ਧਿਆਨ ਲਾਉਂਦੇ ਨੇ ਤੇ ਉਸ ਵੇਲੇ ਉਹ ਇੱਕ ਆਕਾਰ, ਇੱਕ ਸੂਖਮ ਮਾਤਰ ਹੀ ਭਾਵੇਂ ਸਮਝ ਲਓ, ਇੱਕ ਉਹਦਾ ਆਕਾਰ ਬਣਦਾ ਹੈ ਜਿੱਥੇ ਉਹ ਧਿਆਨ ਲਾਉਂਦੇ ਨੇ। ਅੱਗੇ ਬਚਨ ਹੈ, ਸਤਿਆ ਮਨ ਸੰਤੋਖ ਉਪਜੈ, ਦੇਣਾ ਕੈ ਵਿਚਾਰ। ਕਹਿੰਦੇ ਜਿਹੜੇ ਸਤੀ ਲੋਕ ਨੇ, ਇੱਥੇ ਸਤੀ ਤੋਂ ਭਾਵ ਜਿਹੜੇ ਦਾਨੀ ਲੋਕ ਨੇ, ਉਹਨਾਂ ਦੇ ਮਨ ਦੇ ਵਿੱਚ ਚਾਉ ਪੈਦਾ ਹੁੰਦਾ ਹੈ, ਸੰਤੋਖ ਪੈਦਾ ਹੁੰਦਾ ਹੈ ਜਦੋਂ ਉਹਨਾਂ ਦੇ ਮਨ ਵਿੱਚ ਵਿਚਾਰ ਆਉਂਦੀ ਹੈ ਕਿ ਅਸੀਂ ਕਿਸੇ ਨੂੰ ਦਾਨ ਦੇਣਾ ਹੈ, ਜਦੋਂ ਅਸੀਂ ਕਿਸੇ ਨੂੰ ਕੁਛ ਦੇਣਾ ਹੈ, ਤੇ ਕਹਿੰਦੇ ਉਹ ਬੜੇ ਚਾਉ ਦੇ ਵਿੱਚ ਆਉਂਦੇ ਨੇ। ਤੇ ਅੱਗੇ ਬਚਨ ਮਹਾਰਾਜ ਜੀ ਕਰਦੇ ਨੇ, ਦੇ ਦੇ ਮੰਗੇ ਸਹਸਾ ਗੁਣਾ, ਸੋਭ ਕਰੇ ਸੰਸਾਰ। ਪਰ ਕਹਿੰਦੇ ਉਹਨਾਂ ਦੀ ਵੀ ਇੱਕ ਪਿੱਛੇ ਲਾਲਸਾ ਹੁੰਦੀ ਹੈ, ਇੱਕ ਲਾਲਚ ਹੁੰਦਾ ਹੈ ਕਿ ਸਾਰਾ ਸੰਸਾਰ ਉਹਨਾਂ ਦੀ ਵਡਿਆਈ ਕਰੇ। ਉਹ ਪਰਮੇਸ਼ਵਰ ਤੋਂ ਮੰਗ ਕੇ ਅੱਗੇ ਵੰਡ ਰਹੇ ਨੇ, ਕਿਸ ਲਾਲਚ ਕਰਕੇ ਕਿ ਸਾਰਾ ਸੰਸਾਰ ਉਹਨਾਂ ਨੂੰ ਚੰਗਾ ਆਖੇ। ਹੁਣ ਅੱਗੇ ਪਾਤਸ਼ਾਹ ਜੀ ਬਚਨ ਕਰਦੇ ਨੇ, ਚੋਰਾਂ ਜਾਰਾਂ ਤੈ ਕੂੜਿਆਰਾ, ਖਾ ਰਾਬਾ ਬੇਕਾਰ। ਕਹਿੰਦੇ ਦੂਸਰੇ ਪਾਸੇ ਜਗਤ ਦੇ ਵਿੱਚ ਬੇਅੰਤ ਚੋਰ ਹਨ, ਪਰ ਇਸਤਰੀ ਗਾਮੀ ਵੀ ਹਨ, ਝੂਠੇ ਹਨ, ਭੈੜੇ ਤੇ ਬੇਕਾਰੀ ਵੀ ਹਨ। ਕਹਿੰਦੇ ਜਿਹੜੇ ਕਿ ਬੇਕਾਰ ਕਰ ਕਰਕੇ ਜਿਹੜੀ ਪਿਛਲੀ ਕੀਤੀ ਕਮਾਈ ਨੂੰ ਮੁਕਾ ਲੈਂਦੇ ਨੇ। ਹੁਣ ਜੇਕਰ ਸਾਨੂੰ ਮਨੁੱਖਾ ਜੀਵਨ ਮਿਲਿਆ ਹੈ, ਇਹਦਾ ਮਤਲਬ ਕੋਈ ਕਮਾਈ ਤਾਂ ਹੋਏਗੀ, ਤਾਂ ਹੀ ਸਾਨੂੰ ਇਹ ਸਰੀਰ ਮਿਲਿਆ ਹੈ, ਤਾਂ ਹੀ ਸਾਨੂੰ ਇਹ ਜੀਵਨ ਮਿਲਿਆ। ਗੁਰੂ ਸਾਹਿਬ ਜੀ ਕਹਿੰਦੇ ਨੇ ਜਿਹੜੇ ਚੋਰੀਆਂ ਕਰਦੇ ਨੇ, ਠੱਗੀਆਂ ਕਰਦੇ ਨੇ, ਜਦੋਂ ਬੰਦਗੀ ਨਹੀਂ ਕਰਦੇ ਤੇ ਉਹ ਕੀ ਕਰਦੇ ਨੇ, ਆਪਣੀ ਪਿਛਲੀ ਕਮਾਈ ਨੂੰ ਇਸ ਤਰ੍ਹਾਂ ਹੀ ਖਤਮ ਕਰ ਦਿੰਦੇ ਨੇ ਤੇ ਇਸ ਸੰਸਾਰ ਤੋਂ ਖਾਲੀ ਹੱਥ ਹੀ ਤੁਰ ਪੈਂਦੇ ਹਨ। ਇੱਕ ਹੁੰਦਾ ਖਾਏ ਚੱਲੇ ਇਥਾਉ, ਤਿਨਾ ਪਿਕਾਈ ਕਰ। ਕਹਿੰਦੇ ਇਹ ਵੀ ਕਾਰ ਉਸ ਪਰਮੇਸ਼ਵਰ ਨੇ ਹੀ ਇਹਨਾਂ ਨੂੰ ਦਿੱਤੀ ਹੋਈ ਹੈ ਕਿ ਇੱਥੇ ਆਪਣੀ ਜਿਹੜੀ ਪਿਛਲੀ ਕਮਾਈ ਹੈ ਖਾ ਪੀ ਕੇ ਤੁਰ ਜਾਂਦੇ ਨੇ ਤੇ ਕੁਝ ਵੀ ਪੱਲੇ ਨਹੀਂ ਹੁੰਦਾ, ਇਸ ਸੰਸਾਰ ਤੋਂ ਚਲੇ ਜਾਂਦੇ ਹਨ। ਅੱਗੇ ਬਚਨ ਹੈ, ਜਲ ਥਲ ਜੀਆ ਪੂਰੀਆ, ਲੋਆ ਆਕਾਰਾ ਆਕਾਰ, ਓਏ ਜੇ ਆਖੈ ਸੋ ਤੂੰ ਹੈ ਜਾਣੈ, ਤਿਨਾ ਵੀ ਤੇਰੀ ਸਾਰ। ਜਲ ਦੇ ਵਿੱਚ ਰਹਿਣ ਵਾਲੇ ਜੀਵ, ਧਰਤੀ ਦੇ ਉੱਤੇ ਵਸਣ ਵਾਲੇ ਜੀਵ, ਬ੍ਰਹਿਮੰਡਾਂ ਦੇ ਜਿਹੜੇ ਸਾਰੇ ਜੀਵ, ਕਹਿੰਦੇ ਜੋ ਵੀ ਸਾਨੂੰ ਦਿਖ ਰਿਹਾ ਹੈ ਉਹਨਾਂ ਦੀ ਭਾਸ਼ਾ ਨੂੰ ਉਹ ਕਰਤਾਰ ਜਾਣਦਾ ਹੈ, ਪਰਮੇਸ਼ਵਰ ਜਾਣਦਾ ਹੈ। ਓਏ ਜੇ ਆਖੈ ਸੋ ਤੂੰ ਹੈ ਜਾਣੇ, ਜੋ ਵੀ ਉਹ ਆਖਦੇ ਹਨ ਉਹਨਾਂ ਨੂੰ ਪਰਮੇਸ਼ਵਰ ਜਾਣਦਾ ਹੈ, ਭਾਵ ਉਹਨਾਂ ਦੀ ਪਰਮੇਸ਼ਵਰ ਹਰੇਕ ਗੱਲ ਨੂੰ ਬੁੱਝਦਾ ਹੈ। ਤਿੰਨਾ ਵੀ ਤੇਰੀ ਸਾਰ,
ਤੇ ਇਹ ਪਰਮੇਸ਼ਵਰ ਜੀ ਉਹ ਸਾਰੇ ਜੀਵਾਂ ਨੂੰ ਤੇਰਾ ਹੀ ਆਸਰਾ ਹੈ। ਹੁਣ ਅਖੀਰ ਪੰਕਤੀ ਦੇ ਵਿੱਚ ਗੁਰੂ ਸਾਹਿਬ ਜੀ ਸਾਨੂੰ ਇੱਕ ਸਾਂਝਾ ਧਰਮ ਕਹਿ ਲਵੋ, ਇੱਕ ਸਾਂਝੀ ਮੱਤ ਦੇ ਰਹੇ ਨੇ, ਇੱਕ ਸਾਂਝਾ ਉਪਦੇਸ਼ ਦੇ ਰਹੇ ਨੇ। ਕਹਿੰਦੇ ਭਾਈ ਨਾਨਕ ਭਗਤਾਂ ਭੁੱਖ ਸਲਾਹਣ ਸੱਚ ਨਾਮ ਆਧਾਰ। ਕਹਿੰਦੇ ਅਸਲ ਵਿੱਚ ਪਰਮੇਸ਼ਵਰ ਦੇ ਸੇਵਕ ਕਿਹੜੇ ਹਨ, ਪਰਮੇਸ਼ਵਰ ਦੇ ਭਗਤ ਕਿਹੜੇ ਹਨ, ਜਿਨ੍ਹਾਂ ਨੂੰ ਪਰਮੇਸ਼ਵਰ ਦੇ ਨਾਮ ਦੀ ਭੁੱਖ ਲੱਗੀ ਰਹਿੰਦੀ ਹੈ, ਜੋ ਹਮੇਸ਼ਾ ਹੀ ਇਹ ਅਰਦਾਸ ਕਰਦੇ ਰਹਿੰਦੇ ਨੇ, ਬੇਨਤੀ ਕਰਦੇ ਰਹਿੰਦੇ ਨੇ ਕਿ ਇਹ ਪਰਮੇਸ਼ਵਰ ਜੀ ਸਾਡੀ ਝੋਲੀ ਦੇ ਵਿੱਚ ਆਪਣਾ ਨਾਮ ਪਾਓ, ਨਾਮ ਦੀ ਦਾਤ ਦੇਵੋ। ਰੱਬ ਦੇ ਅਸਲ ਵਿੱਚ ਉਹੀ ਸੇਵਕ ਹਨ, ਉਹੀ ਭਗਤ ਹਨ ਜਿਨ੍ਹਾਂ ਨੂੰ ਭੁੱਖ ਲੱਗੀ ਰਹਿੰਦੀ ਹੈ ਕਿ ਅਸੀਂ ਪਰਮੇਸ਼ਵਰ ਦੇ ਨਾਮ ਨੂੰ ਧਿਆਉਣਾ ਹੈ। ਸੱਚ ਨਾਮ ਆਧਾਰ, ਤੇ ਜਿਨ੍ਹਾਂ ਦਾ ਅਸਲ ਵਿੱਚ ਆਧਾਰ ਆਸਰਾ ਕੀ ਹੈ, ਉਸ ਪਰਮੇਸ਼ਵਰ ਦਾ ਨਾਮ ਹੀ ਉਹਨਾਂ ਦਾ ਆਸਰਾ ਬਣਦਾ ਹੈ। ਤੇ ਫਿਰ ਉਹਨਾਂ ਦਾ ਜੀਵਨ ਕੈਸਾ ਬਣ ਜਾਂਦਾ ਹੈ, ਸਦਾ ਆਨੰਦ ਰਹਿ ਦਿਨ ਰਾਤੀ ਗੁਣਵੰਤਿਆਂ ਪਾਸ਼ਾਰ। ਨਾਮ ਜਪ ਜਪ ਕੇ ਜਿਹੜਾ ਗੁਰਮੁਖ ਹੈ ਆਪਣੇ ਆਪ ਨੂੰ ਖਤਮ ਕਰ ਲੈਂਦਾ ਹੈ, ਭਾਵ ਆਪਣੀ ਹਉਮੈ ਨੂੰ ਮਾਰ ਲੈਂਦਾ ਹੈ। ਜਦੋਂ ਹਉਮੈ ਖਤਮ ਹੋ ਜਾਂਦੀ ਹੈ ਫਿਰ ਨਿਮਰਤਾ ਪੈਦਾ ਹੁੰਦੀ ਹੈ। ਗੁਣਵੰਤਿਆਂ ਪਾਸ਼ਾਰ ਤੋਂ ਭਾਵ ਹੈ ਫਿਰ ਉਹ ਜਿਹੜਾ ਗੁਰਮੁਖ ਹੈ ਨਾ ਗੁਣੀ ਲੋਕਾਂ ਦੇ ਚਰਨਾਂ ਦੀ ਧੂੜ ਬਣਦਾ ਹੈ, ਭਾਵ ਇੰਨੀ ਨਿਮਰਤਾ ਹੁੰਦੀ ਹੈ, ਉਹ ਗੁਣੀ ਲੋਕਾਂ ਦੇ ਅੱਗੇ ਨਮਸਕਾਰ ਕਰਦਾ ਹੈ। ਸਦਾ ਆਨੰਦ ਰਹਿ ਦਿਨ ਰਾਤੀ, ਕਹਿੰਦੇ ਫਿਰ ਉਹਦਾ ਜੀਵਨ ਦਿਨ ਰਾਤ ਦੇ ਵਿੱਚ ਇੱਕ ਰਸ ਭਰਿਆ ਹੁੰਦਾ ਹੈ, ਆਨੰਦ ਦੇ ਵਿੱਚ ਹੁੰਦਾ ਹੈ, ਖੇੜੇ ਦੇ ਵਿੱਚ ਹੁੰਦਾ ਹੈ। ਸੋ ਗੁਰੂ ਸਾਹਿਬ ਜੀ ਇੱਥੇ ਸਾਨੂੰ ਦੱਸਣਾ ਕਰ ਰਹੇ ਨੇ ਕਿ ਭਾਈ ਸਭ ਧਰਮ ਮੁਬਾਰਕ ਹਨ, ਪਰ ਯਾਦ ਰੱਖਣਾ ਰੱਬ ਦਾ ਅਸਲ ਵਿੱਚ ਸੇਵਕ ਉਹ ਹੈ ਜੋ ਉਸ ਪਰਮੇਸ਼ਵਰ ਦੇ ਸਿਫਤ ਸਲਾਹ ਦੇ ਨਾਲ ਜੁੜਦਾ ਹੈ, ਜੋ ਪਰਮੇਸ਼ਵਰ ਦੇ ਨਾਮ ਦੇ ਨਾਲ ਜੁੜਦਾ ਹੈ, ਜਿਹਨੂੰ ਹਮੇਸ਼ਾ ਹੀ ਉਸ ਪਰਮੇਸ਼ਵਰ ਦੇ ਨਾਮ ਦੀ ਭੁੱਖ ਲੱਗੀ ਰਹਿੰਦੀ ਹੈ, ਤੜਫ ਲੱਗੀ ਰਹਿੰਦੀ ਹੈ, ਤੇ ਜੋ ਹਮੇਸ਼ਾ ਹੀ ਵਡਿਆਈ ਕਰਦਾ ਰਹਿੰਦਾ ਹੈ। ਸੋ ਇੰਨੀਆਂ ਕੁ ਬੇਨਤੀਆਂ ਕਰਦਿਆਂ ਬਹੁਤ ਹੀ ਗਲਤੀਆਂ ਹੋ ਗਈਆਂ ਨੇ। ਅਣਜਾਣ ਬੱਚੀ ਹਾਂ ਆਪ ਸੰਗਤ, ਤੇ ਗੁਰੂ ਸਾਹਿਬ ਜੀ ਬਖਸ਼ਣਹਾਰ ਨੇ ਸੋ ਬਖਸ਼ ਲਿਆ ਜੇ। ਪਰਵਾਨੋ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।